बहुत ही प्यारे प्यारे 6वीं जमात के विद्यार्थियों, ਅੱਜ ਤੁਹਾਡੇ ਸਾਹਮਣੇ ਤੁਹਾਡੇ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਚੌਥਾ ਪਾਠ ਦੇਸ਼ ਪੰਜਾਬ ਜੋ ਕਿ ਕਵਿਤਾ ਹੈ ਲੈ ਕੇ ਹਾਜ਼ਰ ਹੋਇਆ ਹਾਂ ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਸੋ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਨੂੰ ਇਸ ਦੇ ਰਾਈਟਰ ਬਾਬੂ ਫਿਰੋਜ਼ਦੀਨ ਸਰਫ ਜੀ ਦੇ ਸੰਬੰਧ ਵਿੱਚ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਵਾਂ। ਸੋ ਬੱਚਿਓ, ਬਾਬੂ ਫਿਰੋਜ਼ਦੀਨ ਸਰਫ ਜੀ ਦਾ ਜਨਮ 1898 ਈਸਵੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾ ਸਾਂਸੀ ਨੇੜੇ ਪਿੰਡ ਤੋੜਾ ਨੰਗਲ ਵਿਖੇ ਹੋਇਆ। ਸੋ ਉਦੋਂ ਕਹਿੰਦੇ ਕਿ ਉਹ ਦੂਸਰੀ ਜਮਾਤ ਵਿੱਚ ਹੀ ਪੜ੍ਹਦੇ ਸੀ ਕਿ ਉਹਨਾਂ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤੇ ਜਿਸ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਪੜ੍ਹਾਈ ਸੀ ਉਹ ਵਿਚਕਾਰ ਹੀ ਛੱਡਣੀ ਪਈ। ਉਸ ਤੋਂ ਬਾਅਦ ਉਹ ਆਪਣੇ ਕਹਿੰਦੇ ਨਾਨਕੇ ਪਿੰਡ ਚਲੇ ਗਏ ਤੇ ਉੱਥੇ ਉਹਨਾਂ ਨੇ ਆਪਣੇ ਕੋਈ ਕੰਮਕਾਰ ਸ਼ੁਰੂ ਕਰ ਦਿੱਤੇ, ਪਰੰਤੂ ਉਹਨਾਂ ਦੀ ਜਿਹੜੀ ਪੰਜਾਬੀ ਭਾਸ਼ਾ ਤੇ ਜਿਹੜੀ ਪਕੜ ਸੀ ਉਹ ਬਹੁਤ ਜ਼ਿਆਦਾ ਸੀ ਤੇ ਉਹ ਹਮੇਸ਼ਾ ਹੀ ਪੰਜਾਬੀ ਨਾਲ ਬਹੁਤ ਪਿਆਰ ਕਰਦੇ ਹੁੰਦੇ ਸਨ। ਉਹਨਾਂ ਨੇ ਪੰਜਾਬੀ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਪੰਜਾਬ ਵਾਸਤੇ, ਪੰਜਾਬੀ ਸੱਭਿਆਚਾਰ ਵਾਸਤੇ। ਸੋ ਉਹਨਾਂ ਦੀ ਜਿੱਦਾਂ ਕਵਿਤਾ ਹੈਗੀ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਪੰਜਾਬੀ ਦੀ ਹਮੇਸ਼ਾ ਹੀ ਉਹਨਾਂ ਨੇ ਖੈਰ ਮੰਗੀ ਹੈ। ਸੋ ਸੰਨ 1955 ਵਿੱਚ ਉਹ ਸਾਡੇ ਕੋਲੋਂ ਹਮੇਸ਼ਾ ਲਈ ਵਿਛੜ ਗਏ, ਪਰ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਹੈ ਉਹਨਾਂ ਨੇ ਸ਼ਰਫ ਜੀ ਨੂੰ ਹਮੇਸ਼ਾ ਹੀ ਸਾਡੇ ਵਿੱਚ ਜਿੰਦਾ ਰੱਖਿਆ ਹੈ। ਅਸੀਂ ਉਹਨਾਂ ਦਾ ਗੁਣਗਾਨ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਸਮੇਂ ਤੇ ਪੜ੍ਹਦੇ ਰਹਿੰਦੇ ਹਾਂ ਅਤੇ ਸਟੇਜਾਂ ਤੇ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਹਮੇਸ਼ਾ ਹੀ ਸ਼ਿੰਗਾਰ ਬਣਦੀਆਂ ਹਨ। ਸੋ ਆਓ ਅੱਜ ਅਸੀਂ ਦੇਸ਼ ਪੰਜਾਬ ਕਵਿਤਾ ਦਾ ਗਾਇਨ ਕਰੀਏ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ। ਜਿਸ ਤਰ੍ਹਾਂ ਮੈਂ ਬੋਲਾਂਗਾ ਤੁਸੀਂ ਵੀ ਮਗਰ ਬੋਲ ਕੇ ਇਸ ਦਾ ਅਭਿਆਸ ਕਰਨਾ ਹੈ। ਸੋਹਣਿਆਂ ਦੇਸਾਂ ਅੰਦਰ, ਸੋਹਣਿਆਂ ਦੇਸਾਂ ਅੰਦਰ ਦੇਸ਼ ਪੰਜਾਬ ਨੀ ਸਈਓ, ਉਹ ਦੇਸ਼ ਪੰਜਾਬ ਨੀ ਸਈਓ। ਸੋਹਣਿਆਂ ਦੇਸਾਂ ਅੰਦਰ, ਸੋਹਣਿਆਂ ਦੇਸਾਂ ਅੰਦਰ ਦੇਸ਼ ਪੰਜਾਬ ਨੀ ਸਈਓ, ਉਹ ਦੇਸ਼ ਪੰਜਾਬ ਨੀ ਸਈਓ। ਜਿਵੇਂ ਫੁੱਲਾਂ ਅੰਦਰ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ, ਉਹ ਫੁੱਲ ਗੁਲਾਬ ਨੀ ਸਈਓ। ਜਿਵੇਂ ਫੁੱਲਾਂ ਅੰਦਰ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ, ਉਹ ਫੁੱਲ ਗੁਲਾਬ ਨੀ ਸਈਓ। ਰਲ ਮਿਲ ਬਾਗੀ ਪੀਂਗਾ ਝੂਟਣ ਕੁੜੀਆਂ ਨਾਗਰ ਵੇਲਾ, ਰਲ ਮਿਲ ਬਾਗੀ ਪੀਂਗਾ ਝੂਟਣ ਕੁੜੀਆਂ ਨਾਗਰ ਵੇਲਾ। ਜੋਸ਼ ਜਵਾਨੀ ਠਾਠਾ ਮਾਰੇ ਲਿਸ਼ਕਣ ਹਾਰ ਹਮੇਲਾ, ਜੋਸ਼ ਜਵਾਨੀ ਠਾਠਾ ਮਾਰੇ ਲਿਸ਼ਕਣ ਹਾਰ ਹਮੇਲਾ। ਪਹਿਨਣ ਹੀਰੇ ਮੋਤੀ ਨੀ ਪਹਿਨਣ ਹੀਰੇ ਮੋਤੀ, ਮੁਖ ਮੁਤਾਬ ਨੀ ਸਈਓ, ਉਹ ਮੁਖ ਮੁਤਾਬ ਨੀ ਸਈਓ। ਸੋਹਣਿਆਂ ਦੇਸਾਂ ਅੰਦਰ, ਸੋਹਣਿਆਂ ਦੇਸਾਂ ਅੰਦਰ ਦੇਸ਼ ਪੰਜਾਬ ਨੀ ਸਈਓ, ਉਹ ਦੇਸ਼ ਪੰਜਾਬ ਨੀ ਸਈਓ। ਜੁੜ ਮੁਟਿਆਰਾਂ ਤ੍ਰਿੰਜਣਾ ਦੇ ਵਿੱਚ ਚਰਖੇ ਬੈਠ ਕੁਕਾਵਣ, ਜੁੜ ਮੁਟਿਆਰਾਂ ਤ੍ਰਿੰਜਣਾ ਦੇ ਵਿੱਚ ਚਰਖੇ ਬੈਠ ਕੁਕਾਵਣ। ਨਾਜ਼ਕ ਬਾਹੂ ਲਾਰ ਪਿਆਰੀ ਤੰਦ ਤਰਕਲੇ ਪਾਵਣ, ਨਾਜ਼ੁਕ ਬਾਹੂ ਲਾਰ ਪਿਆਰੀ ਤੰਦ ਤਰਕਲੇ ਪਾਵਣ। ਸੀਨੇ ਅੱਗਾ ਲਾਵਣ, ਸੀਨੇ ਅੱਗਾ ਲਾਵਣ। ਹੋਂਠ ਉਨਾਬ ਨੀ ਸਈਓ, ਉਹ ਹੋਂਠ ਉਨਾਬ ਨੀ ਸਈਓ। ਸੋਹਣਿਆਂ ਦੇਸਾਂ ਅੰਦਰ, ਸੋਹਣਿਆਂ ਦੇਸਾਂ ਅੰਦਰ ਦੇਸ਼ ਪੰਜਾਬ ਨੀ ਸਈਓ, ਉਹ ਦੇਸ਼ ਪੰਜਾਬ ਨੀ ਸਈਓ। ਮੌਜ ਲਾਈ ਦਰਿਆਵਾਂ ਸੋਹਣੀ ਬਾਗ ਜ਼ਮੀਨਾਂ ਫਲਦੇ, ਮੌਜ ਲਾਈ ਦਰਿਆਵਾਂ ਸੋਹਣੀ ਬਾਗ ਜ਼ਮੀਨਾਂ ਫਲਦੇ।
ਸ਼ਰਫ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪੇ ਚੱਲਦੇ। ਸ਼ਰਫ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪਏ ਚੱਲਦੇ। ਸਤਲੁਜ ਰਾਵੀ ਜਿਹਲਮ ਸਤਲੁਜ ਰਾਵੀ ਜਿਹਲਮ ਅਟਕ ਚਨਾਬ ਨੀ ਸਈਓ ਉਹ ਅਟਕ ਚਨਾਬ ਨੀ ਸਈਓ। ਸਤਲੁਜ ਰਾਵੀ ਜਿਹਲਮ ਸਤਲੁਜ ਰਾਵੀ ਜਿਹਲਮ ਅਟਕ ਚਨਾਬ ਨੀ ਸਈਓ ਉਹ ਅਟਕ ਚਨਾਬ ਨੀ ਸਈਓ। ਸੋਹਣਿਆ ਦੇਸਾਂ ਅੰਦਰ ਸੋਹਣਿਆ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ ਉਹ ਦੇਸ ਪੰਜਾਬ ਨੀ ਸਈਓ। ਜਿਵੇਂ ਫੁੱਲਾਂ ਅੰਦਰ ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ ਉਹ ਫੁੱਲ ਗੁਲਾਬ ਨੀ ਸਈਓ। ਉਹ ਫੁੱਲ ਗੁਲਾਬ ਨੀ ਸਈਓ ਉਹ ਫੁੱਲ ਗੁਲਾਬ ਨੀ ਸਈਓ। ਸੋ ਪਿਆਰੇ ਬੱਚਿਓ, ਅਭਿਆਸੀ ਪ੍ਰਸ਼ਨ ਕਰਨ ਤੋਂ ਪਹਿਲਾਂ ਆਓ ਦੇਸ਼ ਪੰਜਾਬ ਕਵਿਤਾ ਵਿੱਚ ਕਵੀ ਫਿਰੋਜ਼ ਬਿਨ ਸ਼ਰਫ ਨੇ ਕੀ ਕਹਿਣ ਦਾ ਯਤਨ ਕੀਤਾ ਹੈ। ਸੋ ਪਿਆਰੇ ਬੱਚਿਓ, ਇਸ ਕਵਿਤਾ ਵਿੱਚ ਕਵੀ ਨੇ ਪੰਜਾਬ ਦੇ ਸੁਹੱਪਣ ਦੀ ਗੱਲ ਕੀਤੀ ਹੈ। ਜਿਹੜਾ ਪੰਜਾਬ ਹੈ ਇਹ ਸਾਰਿਆਂ ਦੇਸ਼ਾਂ ਵਿੱਚੋਂ ਨਿਰਾਲਾ ਹੈ, ਵੱਖਰਾ ਹੈ, ਬਹੁਤ ਸੋਹਣਾ ਹੈ। ਜਿਸ ਤਰ੍ਹਾਂ ਕਿ ਸਾਰਿਆਂ ਫੁੱਲਾਂ ਵਿੱਚੋਂ ਸਾਨੂੰ ਗੁਲਾਬ ਦਾ ਜਿਹੜਾ ਫੁੱਲ ਹੈ ਉਹ ਬਹੁਤ ਸੋਹਣਾ ਲੱਗਦਾ ਹੈ, ਇਸੇ ਤਰ੍ਹਾਂ ਹੀ ਜਿਹੜਾ ਇਹ ਸਾਡਾ ਪੰਜਾਬ ਹੈ ਇਹ ਸਾਰੀ ਦੁਨੀਆ ਵਿੱਚੋਂ ਬਹੁਤ ਹੀ ਨਿਰਾਲਾ ਹੈ ਤੇ ਸੋਹਣਾ ਹੈ। ਇਸ ਵਿੱਚ ਕਵੀ ਨੇ ਪੰਜਾਬੀ ਮੁਟਿਆਰਾਂ ਦੇ ਸੁਹੱਪਣ ਦੀ ਗੱਲ ਕੀਤੀ ਹੈ, ਉਹਨਾਂ ਦੇ ਹਾਰ ਸ਼ਿੰਗਾਰ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਕਵੀ ਨੇ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਹੈ, ਜਿਵੇਂ ਕਿ ਤ੍ਰਿੰਜਣਾ, ਚਰਖੇ, ਇਹ ਜਿਹੜੀਆਂ ਚੀਜ਼ਾਂ ਹੈ ਸਾਡੇ ਸੱਭਿਆਚਾਰ ਵਿੱਚੋਂ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ। ਕਵੀ ਨੇ ਇਹਨਾਂ ਬਾਰੇ ਗੱਲ ਕੀਤੀ ਹੈ। ਅਤੇ ਇਸ ਤੋਂ ਬਾਅਦ ਉਹਨਾਂ ਨੇ ਕਵੀ ਨੇ ਪੰਜਾਬ ਵਿੱਚ ਵਗਦੇ 5 ਦਰਿਆ ਸਤਲੁਜ, ਰਾਵੀ, ਜਿਹਲਮ, ਅਟਕ ਤੇ ਚਨਾਬ, ਉਹਨਾਂ ਬਾਰੇ ਗੱਲ ਕੀਤੀ ਹੈ। ਇਹਨਾਂ 5 ਦਰਿਆਵਾਂ ਕਰਕੇ ਹੀ ਬੱਚਿਓ ਪੰਜਾਬ ਦਾ ਨਾਮ ਪਿਆ ਹੈ, ਜਿਹਨੂੰ ਕਹਿੰਦੇ ਆ 5 ਆਬ, 5 ਜਮਾ ਆਬ ਬਰਾਬਰ ਪੰਜਾਬ। 5 ਮੀਨਸ 5 ਤੇ ਆਬ ਮੀਨਸ ਹੁੰਦਾ ਪਾਣੀ। 5 ਪਾਣੀਆਂ ਦੀ ਧਰਤੀ, 5 ਦਰਿਆਵਾਂ ਦੀ ਧਰਤੀ। ਸੋ ਇਸ ਤਰ੍ਹਾਂ ਉਸਨੇ ਇਹਨਾਂ ਦਰਿਆਵਾਂ ਦੀ ਗੱਲ ਕੀਤੀ ਹੈ। ਇਹ ਦਰਿਆਵਾਂ ਨੇ ਇਸ ਧਰਤੀ ਤੇ ਬਹੁਤ ਹੀ ਰੌਣਕ ਲਾਈ ਹੈ। ਇਹਨਾਂ ਨੇ ਇਹ ਠੁਮਕ ਠੁਮਕ ਕੇ ਇਸ ਧਰਤੀ ਤੇ ਚੱਲ ਰਹੇ ਹਨ। ਇਹਨਾਂ ਕਰਕੇ ਹੀ ਸਾਡੀ ਪੰਜਾਬ ਦੀ ਧਰਤੀ ਜਿਹੜੀ ਬਹੁਤ ਉਪਜਾਊ ਹੈ, ਬਾਗ ਬਗੀਚੇ ਇਹਨਾਂ ਦੀ ਬਦੌਲਤ ਹੀ ਫਲ ਰਹੇ ਹਨ। ਇਸ ਤਰ੍ਹਾਂ ਕਵੀ ਨੇ ਪੰਜਾਬ ਦੀ ਜਿਹੜੀ ਤੁਲਨਾ ਹੈ ਹੋਰਨਾਂ ਦੇਸ਼ਾਂ ਨਾਲ ਕਰਕੇ ਇਸ ਨੂੰ ਉੱਚਤਮ ਥਾਂ ਦੱਸਿਆ ਹੈ ਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਹੁਣ ਇਸ ਦੇ ਅਭਿਆਸੀ ਪ੍ਰਸ਼ਨ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਸੋ ਪਹਿਲਾ ਪ੍ਰਸ਼ਨ ਹੈ, ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ? ਕਵੀ ਨੇ ਪ੍ਰਸ਼ਨ ਪਹਿਲਾ, प्रश्न 1, कवि ने पंजाब दे ਸੁਹੱਪਣ ਦੀ ਗੱਲ, ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ? ਨਾਲ ਕੀਤੀ ਹੈ। ਸੋ ਬੇਟਾ ਜੀ, ਇਸ ਕਵਿਤਾ ਵਿੱਚ ਕਵੀ ਨੇ ਜਿੱਦਾਂ ਆਪਾਂ ਪਹਿਲਾਂ ਗਾਇਆ ਵੀ ਹੈਗਾ ਕਿ ਸੋਹਣਿਆਂ ਦੇਸਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਮ ਨਹੀਂ ਸਹੀਓ। ਸੋ ਕਵੀ ਨੇ ਇਸ ਕਵਿਤਾ ਵਿੱਚ ਪੰਜਾਬ ਦੇ ਸੁਹੱਪਣ ਦੀ ਤੁਲਨਾ ਗੁਲਾਬ ਦੇ ਫੁੱਲ ਨਾਲ ਕੀਤੀ ਹੈ। ਕਿਹੜੇ ਫੁੱਲ ਨਾਲ ਕੀਤੀ ਹੈ? ਗੁਲਾਬ ਦੇ ਫੁੱਲ ਨਾਲ ਕੀਤੀ ਹੈ। ਸੋ ਇਸਦਾ ਉੱਤਰ ਹੋ ਗਿਆ
ਗੁਲਾਬ ਦੇ ਫੁੱਲ ਨਾਲ। साडा अगला प्रश्न है कि कवि ने पींगा झूठ दियां कुड़ियां दी सिफत की कह के कीती है। कवि ने प्रश्न 2 कवि ने पींगा झूठ दियां कुड़ियां पींगा झूठ दियां कुड़ियां दी सिफत की कह के कीती है। दी सिफत की कह के कीती है। सो बेटा साडा दूसरा प्रश्न सी कि कवि ने पींगा झूठ दियां कुड़ियां दी सिफत की कह के कीती है। सो जिस तरह कवि ने कविता में लिखा है कि रल मिल बागी पींगा झूठन कुड़ियां नागर वेला। सो नागर कहंदा उत्तम ते सोहणियां। सो कुड़ियां नूं उत्तम ते सोहणियां कह के कवि ने इस कविता विच पंजाबी मुटियारां दी सिफत कीती है। सो इसदा उत्तर हो गया कवि ने मुटियारां नूं नागर वेला कह के सिफत कीती है। तो बेटा जी साडा तीसरा प्रश्न है त्रिंजण विच बैठ के कुड़ियां की करदियां। प्रश्न 3 त्रिंजण विच बैठ के बैठ के कुड़ियां की करदियां हन। तो बेटा जी इसका उत्तर यह है कि कुड़ियां त्रिंजणा विच बैठ के चरखे कतदियां हन। उत्तर त्रिंजण विच बैठ के कुड़ियां बैठ के कुड़ियां चरखे कतदियां हन।
ਹਨ ਅਤੇ ਤਰੱਕੜਿਆਂ ਤੇ ਤੰਦ ਪਾਉਂਦੀਆਂ ਹਨ ਸੋ ਸਾਡਾ ਇਸ ਤੋਂ ਬਾਅਦ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਕਿ ਦੇਸ਼ ਪੰਜਾਬ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ। ਦੇਸ਼ ਪੰਜਾਬ ਪ੍ਰਸ਼ਨ। चार देश पंजाब कविता विच कविता अनुसार पंजाबणा दे पहरावे बारे दसो। दसो। सो बेटा इस प्रश्न का उत्तर है उत्तर पंजाब दियां मुटियारां हीरे मोतियां नाल लदियां पोशाकां पहनदियां ਹਨ। ਸੋ ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਹੈ देश पंजाब कविता विच आए दरियावां दे नां लिखो। सो देश पंजाब कविता विच प्रश्न 5 देश पंजाब कविता विच आए दरियावां दे नाम लिखो। दरियावां दे नाम लिखो। तो बेटा कविता विच जो आप कविता पढ़ते हैं आंदा है कि सतलुज रावी जहलम अटक चनाब नहीं सही हो। सो ये 5 दरियावां दे नाम ही हैं जो कि इस प्रश्न का उत्तर हैं। सो 5 दरियावां दे 5 दरियावां दे नाम इस प्रकार हैं। इसका उत्तर यह बन जाता है उत्तर सतलुज रावी जहलम अटक ते चनाब अटक अते
ਚਨਾਬ ਦਰਿਆਵਾਂ ਦੇ ਨਾਂ ਹਨ। ਦੇ ਨਾਂ ਹਨ। ਕਤਲ ਵਾਲੀਆਂ ਕੁੜੀਆਂ ਜਿਹੜੀਆਂ ਜਦੋਂ ਇਕੱਠੀਆਂ ਹੁੰਦੀਆਂ ਤਾਂ ਉਹਨੂੰ ਆਪਾਂ ਤ੍ਰਿੰਜਣ ਕਹਿੰਦੇ ਆ। ਤੇ ਇਹਦਾ ਜਿਹੜਾ ਵਾਕ ਹੈ ਉਹ ਇਹ ਹੈਗਾ ਕਿ ਜਿਹੜੀਆਂ ਸਾਉਣ ਮਹੀਨੇ ਵਿੱਚ ਕੁੜੀਆਂ ਰਲ ਮਿਲ ਕੇ ਚਰਖਾ ਤ੍ਰਿੰਜਣਾ ਵਿੱਚ ਜੁੜ ਕੇ ਬੈਠਦੀਆਂ ਹਨ। ਸੋ ਸਾਉਣ ਮਹੀਨੇ ਵਿੱਚ ਵਿਆਹੀਆਂ ਜਿਹੜੀਆਂ ਕੁੜੀਆਂ ਉਹ ਜਦੋਂ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਵਾਪਸ ਆਉਂਦੀਆਂ ਹੈ ਤਾਂ ਉਹ ਤ੍ਰਿੰਜਣਾ ਵਿੱਚ ਜੁੜ ਕੇ ਬੈਠਦੀਆਂ ਸਨ ਅਤੇ ਚਰਖੇ ਕੱਤਦੀਆਂ ਸਨ, ਪੀਂਘਾਂ ਝੂੜਦੀਆਂ ਸਨ। ਸੋ ਇਸ ਪ੍ਰਕਾਰ ਇਹ ਤ੍ਰਿੰਜਣ ਦਾ ਜਦੋਂ ਆਪਾਂ ਵਾਕ ਬਣਾਵਾਂਗੇ ਤਾਂ ਆਪਾਂ ਲਿਖਾਂਗੇ ਕੁੜੀਆਂ ਰਲ ਮਿਲ ਕੇ ਤ੍ਰਿੰਜਣ ਵਿੱਚ ਚਰਖੇ ਕੱਤਦੀਆਂ ਹਨ। ਚਰਖਾ ਕੱਤਦੀਆਂ ਹਨ। ਸੋ ਅਗਲਾ ਜਿਹੜਾ ਸਾਡਾ ਸ਼ਬਦ ਹੈ ਉਹ ਹੈ ਨਾਜ਼ਕ। ਨਾਜ਼ਕ ਕੀ ਹੁੰਦਾ? ਕੋਮਲ। ਨਾਜ਼ਕ। ਸੋ ਨਾਜ਼ਕ ਦਾ ਅਰਥ ਹੁੰਦਾ ਕੋਮਲ। ਛੋਟੇ ਜਿਹੜੇ ਬੱਚੇ ਹੈ ਉਹ ਬਹੁਤ ਹੀ ਨਾਜ਼ੁਕ ਹੁੰਦੇ ਹਨ। ਛੋਟੇ ਬੱਚੇ ਬਹੁਤ ਹੀ ਨਾਜ਼ੁਕ ਹੁੰਦੇ ਹਨ। ਇਸ ਤੋਂ ਬਾਅਦ ਸਾਡਾ ਅਗਲਾ ਸ਼ਬਦ ਹੈ ਚਰਖਾ। ਸੋ ਚਰਖਾ ਕੀ ਹੁੰਦਾ? ਇੱਕ ਸੂਤ ਜਾਂ ਧਾਗਾ, ਸੂਤ ਦਾ ਧਾਗਾ ਕੱਤਣ ਵਾਲਾ ਇੱਕ ਯੰਤਰ ਹੁੰਦਾ ਜੋ ਲੱਕੜ ਦਾ ਬਣਿਆ ਹੁੰਦਾ ਹੈ। ਸੋ ਇਹ ਆਪਾਂ ਹੌਲੀ ਹੌਲੀ ਜਿਹੜਾ ਸਾਡੇ ਸੱਭਿਆਚਾਰ ਤੋਂ ਖੁਦ ਖਤਮ ਹੁੰਦਾ ਜਾ ਰਿਹਾ। ਸੋ ਨਵੇਂ ਬੱਚਿਆਂ ਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਹੋਵੇਗਾ। ਸੋ ਇਸ ਨਾਲ ਸੂਤ ਕੱਤਿਆ ਜਾਂਦਾ ਸੀ, ਫਿਰ ਉਸ ਤੋਂ ਬਾਅਦ ਕੱਪੜਾ ਬਣਾਇਆ ਜਾਂਦਾ ਸੀ। ਸੋ ਚਰਖੇ ਦਾ ਵਾਕ ਚਰਖਾ। ਜੇ ਆਪਾਂ ਸਿੰਪਲ ਜਿਹਾ ਬਣਾ ਲਈਏ ਕਿ ਸਾਡੇ ਘਰ ਇੱਕ ਚਰਖਾ ਹੈ। ਸਾਡੇ ਘਰ ਇੱਕ ਚਰਖਾ ਹੈ। ਉਸ ਤੋਂ ਅਗਲਾ ਜਿਹੜਾ ਸ਼ਬਦ ਹੈ ਉਹ ਹੈ ਸੀਨਾ। ਸੀਨਾ ਕੀ ਹੁੰਦਾ ਬੇਟਾ? ਛਾਤੀ। ਠੀਕ ਨਹੀਂ? ਸੋ ਜਿਹੜਾ ਕੋਈ ਦੇਸ਼ ਭਗਤ ਹੁੰਦਾ ਜਾਂ ਕੋਈ ਸਾਡਾ ਵੀਰ ਜਵਾਨ ਹੈ ਉਹ ਸੀਨੇ ਤਾਣ ਕੇ ਸਰਹੱਦਾਂ ਤੇ ਜਾ ਕੇ ਆਪਣੇ ਦੇਸ਼ ਦੀ ਰਾਖੀ ਕਰਦੇ ਹੈ। ਸੋ ਇਹਦਾ ਜਿਹੜਾ ਵਾਕ ਹੈ ਇਸ ਪ੍ਰਕਾਰ ਹੋਵੇਗਾ, ਸੀਨਾ। ਸਾਡੇ ਜਵਾਨ ਸੀਨਾ ਤਾਣ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਦੇਸ਼ ਦੀ ਰੱਖਿਆ ਕਰਦੇ ਹਨ। ਪਿਆਰੇ ਬੱਚਿਓ, ਇਹ ਸੀ ਤੁਹਾਡੀ ਦੂਸਰੀ ਕਵਿਤਾ ਦੇਸ਼ ਪੰਜਾਬ। ਮੈਨੂੰ ਆਸ ਹੈ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ, ਸਮਝ ਆ ਗਈ ਹੋਵੇਗੀ। ਤੋ ਅਗਲੇ ਸੈਸ਼ਨ ਵਿੱਚ ਇੱਕ ਹੋਰ ਨਵਾਂ ਪਾਠ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਲਵਿਦਾ।